My question are RSTR in partnership sharing profit and losses 3/6, 2/6, 1/6 respectively. Balance sheet on that date of dissolution was as follow. Balance sheet given us for क्या asset lies show the ledger count as per Garner versus Murray decision. ਆਪਾਂ ਰੀਲੇਗੇਸ਼ਨ ਅਕਾਊਂਟ ਪ੍ਰਪੇਅਰ ਕਰ ਲੈਂਦੇ ਹਾਂ। ਐਸੈਟਸ ਨੂੰ ਡੈਬਿਟ ਸਾਈਡ 'ਤੇ ਟ੍ਰਾਂਸਫਰ ਕਰ ਦਾਂਗੇ। ਸਨਰੀ ਡੈਟਰਸ ਹੋ ਗਏ, ਸਟਾਕ, ਫਰਨੀਚਰ, ਅਤੇ ਇੱਧਰ ਆਪਾਂ ਕ੍ਰੈਡਿਟ ਸਾਈਡ 'ਤੇ ਕ੍ਰੈਡੀਟਰਸ ਨੂੰ ਟ੍ਰਾਂਸਫਰ ਕਰ ਲਾਂਗੇ। ਉਸ ਤੋਂ ਬਾਅਦ ਜਿਵੇਂ ਜਿਵੇਂ ਕੁਐਸਚਨ ਕਿਹਾ ਵਾ ਸੀ ਉਵੇਂ ਆਪਾਂ ਸੋਲਵ ਕਰ ਲਾਂਗੇ। ਸਟਾਕ 13,840 ਦਾ ਰਿਲਾਈਜ਼ ਹੋਇਆ ਬਾਈ ਕੈਸ਼ ਅਕਾਊਂਟ। ਸਟਾਕ ਦੇ ਆਪਾਂ ਨੂੰ 13,840 ਰੁਪਏ ਮਿਲ ਜਾਣਗੇ। ਫਰਨੀਚਰ ਦੇ 5150, ਡੈਟਰਸ ਦੇ 29,200, ਟੋਟਲ ਆਪਾਂ ਨੂੰ 48,190 ਮਿਲੇ ਆ। ਉਸ ਤੋਂ ਬਾਅਦ ਕ੍ਰੈਡਿਟਸ ਆਪਾਂ ਡੈਬਿਟ ਸਾਈਡ 'ਤੇ ਕ੍ਰੈਡੀਟਰਸ ਨੂੰ ਪੇਮੈਂਟ ਕਰ ਦਾਂਗੇ। ਇੱਥੇ ਲਿਖਿਆ ਵਾ ਕ੍ਰੈਡੀਟਰ ਵਰ ਪੇਡ ਲੈਸ ਡਿਸਕਾਊਂਟ 250, ਤਾਂ 250 ਆਪਾਂ 40,000 ਦੇ ਵਿੱਚੋਂ ਮਾਈਨਸ ਕਰ ਦਾਂਗੇ। 38,500 ਦੇ ਵਿੱਚੋਂ ਸਨਰੀ ਕ੍ਰੈਡੀਟਰ 38,500 ਇਸ ਕੁਐਸਚਨ ਦੇ ਵਿੱਚ, ਤਾਂ ਆਪਾਂ 250 ਇਹਦੇ ਵਿੱਚੋਂ ਮਾਈਨਸ ਕਰ ਦਾਂਗੇ। 38,250 ਰੁਪਏ ਆਪਣਾ ਕ੍ਰੈਡੀਟਰਸ ਨੂੰ ਪੇਮੈਂਟ ਹੋ ਜੂਗੀ। ਐਕਸਪੈਂਸਿਸ ਆਫ ਵਾਈਂਡਿੰਗ ਅਪ ਪਰ 520, ਤਾਂ ਆਪਾਂ ਇਹ ਵੀ ਟੂ ਕੈਸ਼ ਅਕਾਊਂਟ ਡੈਬਿਟ ਕਰ ਦਾਂਗੇ। ਉਸ ਤੋਂ ਬਾਅਦ ਦੋਨੋਂ ਸਾਈਡਾਂ ਟੋਟਲ ਕਰਾਂਗੇ ਜੋ ਬੈਲੈਂਸਿੰਗ ਫਿਗਰ ਆ ਜਾਏਗੀ ਬਾਈ ਰੀਲੇਗੇਸ਼ਨ ਲਾਸ ਆ ਜਾਏਗਾ। ਫਿਰ ਪਾਰਟਨਰ ਕੈਪੀਟਲ ਅਕਾਊਂਟ ਪ੍ਰਪੇਅਰ ਕਰ ਲਾਂਗੇ ਬਾਈ ਬੈਲੈਂਸ ਬਰੋਡ ਡਾਊਨ, ਜਿਹਦਾ ਡੈਬਿਟ ਬੈਲੈਂਸ ਹੈ ਡੈਬਿਟ ਸਾਈਡ 'ਤੇ ਲਿਖ ਦਿਓ, ਜਿਹਦਾ ਕ੍ਰੈਡਿਟ ਬੈਲੈਂਸ ਹੈ ਕ੍ਰੈਡਿਟ ਸਾਈਡ 'ਤੇ ਲਿਖ ਦਿਓ। ਤਾਂ ਬਾਈ ਬੈਲੈਂਸ ਬਰੋਡ ਡਾਊਨ ਆਰ ਕੈਪੀਟਲ ਐਸ ਕੈਪੀਟਲ ਸੀਗੀ, ਅਤੇ 2 ਵਾਲੇ ਪਾਸੇ ਟੀ ਕੈਪੀਟਲ ਆ ਗਈ। ਉਸ ਤੋਂ ਬਾਅਦ ਰੀਲੇਸ਼ਨ ਦਾ ਲਾਸ ਆਪਾਂ ਡੈਬਿਟ ਸਾਈਡ 'ਤੇ ਲਿਖ ਦਾਂਗੇ। ਉਸ ਤੋਂ ਬਾਅਦ ਜਿੰਨਾ ਲਾਸ ਹੋਇਆ ਹੈਗਾ ਜਿਹੜੇ ਪਾਰਟਨਰ ਸੋਲਵੈਂਟ ਆ ਉਹ ਆਪਣਾ ਹਿੱਸਾ ਲੈ ਕੇ ਆਉਣਗੇ, ਅਤੇ ਇਸ ਕਰਕੇ 4140 ਆਰ ਦਾ ਸੀਗਾ, 2760 ਐਸ ਦਾ ਸੀਗਾ, ਉਹ ਬਾਈ ਬੈਂਕ ਅਕਾਊਂਟ ਆਪਾਂ ਕ੍ਰੈਡਿਟ ਸਾਈਡ 'ਤੇ ਲਿਖ ਦਾਂਗੇ। ਉਸ ਤੋਂ ਬਾਅਦ ਜਿਹੜਾ ਪਾਰਟਨਰ ਇਨਸੋਲਵੈਂਟ ਹੋ ਗਿਆ ਉਹਦੇ ਕਿੰਨੇ ਰੁਪਏ ਟੋਟਲ 1590 ਦਾ ਉਹਦਾ ਡੈਬਿਟ ਬੈਲੈਂਸ ਸੀ। ਰੀਲੇਗੇਸ਼ਨ ਦਾ ਲਾਸ 1380 ਸੀਗਾ, ਟੋਟਲ ਉਹਦਾ 2970 ਸੀ। ਇਹਨੂੰ ਆਪਾਂ ਕੀ ਕਰਾਂਗੇ ਅੱਗੇ ਜਿਹੜੇ ਸੋਲਵੈਂਟ ਪਾਰਟਨਰ ਆ ਉਹ ਲੈ ਕੇ ਆਉਣਗੇ ਆਪਦੀ ਕੈਪੀਟਲ ਰੇਸ਼ੋ ਦੇ ਵਿੱਚ। ਇਹਨਾਂ ਦੀ ਕੈਪੀਟਲ ਕਿੰਨੀ ਹੈ 15,200 ਅਤੇ 11,200, ਇਸ ਰੇਸ਼ੋ ਦੇ ਵਿੱਚ 152 ਅਤੇ 112, ਇਹਨੂੰ ਕੱਟ ਕਰਕੇ ਆਪਾਂ 1914 ਆ ਗਿਆ, ਤਾਂ ਟੋਟਲ ਇਹ ਵੀ ਲਿਖ ਸਕਦੇ ਸੀਗੇ। ਇਸ ਕਰਕੇ ਇਹ ਵੈਲਿਊ ਜਿੰਨੀ ਆ ਗਈ ਹੈਗੀ ਇਹਨੂੰ ਹੁਣ ਆਪਾਂ ਕੀ ਕਰਾਂਗੇ ਡੈਫੀਸ਼ੀਐਂਸੀ ਇਸ ਰੇਸ਼ੋ ਦੇ ਵਿੱਚ ਇਹ ਬੀਅਰ ਕਰਨਗੇ। ਉਸ ਤੋਂ ਬਾਅਦ ਇੱਧਰ ਬਾਈ ਆਰਸ ਕੈਪੀਟਲ ਬਾਈ ਐਸ ਕੈਪੀਟਲ ਜਿੰਨਾ ਜਿੰਨਾ ਉਹਨਾਂ ਨੇ ਇਹਨੂੰ ਇੱਕ ਤਰੀਕੇ ਨਾਲ ਕੰਟਰੀਬਿਊਟ ਕੀਤਾ, ਅਤੇ ਇੱਧਰ 2 ਟੀ ਕੈਪੀਟਲ ਆਰ ਦੇ ਅਕਾਊਂਟ 'ਚੋਂ ਪੈਸੇ ਕੱਟ ਲਓ ਅਤੇ ਐਸ ਦੇ ਅਕਾਊਂਟ 'ਚੋਂ ਪੈਸੇ ਕੱਟ ਲਓ। ਉਸ ਤੋਂ ਬਾਅਦ ਦੋਨੋਂ ਸਾਈਡ ਟੋਟਲ ਕਰੋ ਅਤੇ ਜੋ ਬੈਲੈਂਸਿੰਗ ਫਿਗਰ ਆ ਜਾਏਗੀ ਉਹ 2 ਬੈਂਕ ਅਕਾਊਂਟ ਦੇ ਨਾਮ ਨਾਲ ਆ ਜਾਏਗੀ। ਫਿਰ ਅੱਗੇ ਕੈਸ਼ ਅਕਾਊਂਟ ਪ੍ਰਪੇਅਰ ਕਰ ਲਾਂਗੇ। ਬੈਲੈਂਸ ਬਰੋਡ ਡਾਊਨ ਡੈਬਿਟ ਸਾਈਡ 'ਤੇ ਲਿਖਾਂਗੇ। ਟੂ ਰੀਲੇਗੇਸ਼ਨ ਅਕਾਊਂਟ ਆਪਾਂ 48,190 ਰੁਪਏ ਮਿਲੇ ਸੀ, ਉਹ ਡੈਬਿਟ ਸਾਈਡ 'ਤੇ ਲਿਖ ਦਾਂਗੇ। ਬਾਈ ਬੈਂਕ ਲਿਖਿਆ ਸੀ ਆਰ ਅਤੇ ਐਸ ਦਾ, ਤਾਂ ਉਹ 2 ਆਰਸ ਕੈਪੀਟਲ 2 ਐਸ ਕੈਪੀਟਲ ਡੈਬਿਟ ਸਾਈਡ 'ਤੇ ਲਿਖ ਦਾਂਗੇ। ਇੱਧਰ ਕ੍ਰੈਡਿਟ ਸਾਈਡ 'ਤੇ ਆਰ ਦਾ ਇੱਕ ਲੋਨ ਸੀਗਾ ਉਹ ਸਿੱਧਾ ਪੇ ਕਰ ਦਾਂਗੇ, ਅਤੇ ਰੀਲੇਗੇਸ਼ਨ ਦੇ ਵਿੱਚ 38,770 ਰੁਪਏ ਟੋਟਲ ਆਪਾਂ ਮਤਲਬ ਕ੍ਰੈਡੀਟਰ ਅਤੇ ਐਕਸਪੈਂਸਿਸ ਦਾ ਸੀ ਉਹ ਟੋਟਲ ਕਰਕੇ ਇੱਧਰ ਲਿਖ ਦਾਂਗੇ। ਬਾਈ ਆਰਸ ਕੈਪੀਟਲ ਨੂੰ ਜਿਹੜੀ ਪੇਮੈਂਟ ਕੀਤੀ ਹੈ ਅਤੇ ਆਪਣੀ ਕਹਿ ਲਓ ਐਸ ਨੂੰ ਕੀਤੀ ਹੈ ਉਹ ਇੱਧਰ ਬਾਈ ਆਰਸ ਕੈਪੀਟਲ ਬਾਈ ਐਸ ਕੈਪੀਟਲ ਲਿਖ ਦਾਂਗੇ, ਅਤੇ ਟੋਟਲ ਦੋਨੋਂ ਸਾਈਡਾਂ ਦਾ ਕਰਾਂਗੇ ਅਤੇ ਉਹ ਮੈਚ ਹੋ ਜਾਏਗਾ। ਤੁਸੀਂ ਕੁਐਸਚਨ ਜਦੋਂ ਕਰ ਰਹੇ ਹੋ ਉਦੋਂ ਧਿਆਨ ਰੱਖਣਾ ਵੀ ਜੇ ਕੈਸ਼ ਇਨ ਹੈਂਡ ਆਪਣੇ ਕੋਲ ਐਸੈਟਸ ਦੇ ਵਿੱਚ, ਤਾਂ ਆਪਣਾ ਜਿਹੜੀ ਵੀ ਟ੍ਰਾਂਜੈਕਸ਼ਨ ਹੋਊਗੀ ਕੈਸ਼ ਦੇ ਥਰੂ ਹੋਊਗੀ, ਮਤਲਬ ਐਂਡ ਦੇ ਵੀ ਕੈਸ਼ ਅਕਾਊਂਟ ਹੀ ਪ੍ਰਪੇਅਰ ਹੋਊਗਾ। ਇੱਥੇ ਜਿਵੇਂ ਬੈਂਕ ਅਕਾਊਂਟ ਆ ਤੁਸੀਂ ਇਹਦੀ ਜਗ੍ਹਾ 'ਤੇ ਬੈਂਕ ਦੀ ਜਗ੍ਹਾ 'ਤੇ ਜਿੱਥੇ ਜਿੱਥੇ ਬੈਂਕ ਆ ਉੱਥੇ ਉੱਥੇ ਕੈਸ਼ ਲਿਖ ਦਿਓ। ਆਪਣੇ ਕੋਲ ਐਸੈਟ ਦੇ ਵਿੱਚ ਬੈਂਕ ਅਕਾਊਂਟ ਦਾ ਬੈਲੈਂਸ ਦਿੱਤਾ ਵਾ, ਤਾਂ ਆਪਾਂ ਨੇ ਕੀ ਕਰਨਾ ਹੈਗਾ ਫਿਰ ਜਿਹੜੀਆਂ ਵੀ ਟ੍ਰਾਂਜੈਕਸ਼ਨਸ ਹੋਣਗੀਆਂ ਉਹ ਬੈਂਕ ਅਕਾਊਂਟ ਨਾਲ ਕਰਾਂਗੇ, ਅਤੇ ਬੈਂਕ ਅਕਾਊਂਟ ਹੀ ਐਂਡ 'ਤੇ ਪ੍ਰਪੇਅਰ ਹੋਊਗਾ। 24ਵਾਂ ਕੁਐਸਚਨ ਏ ਬੀ ਸੀ ਆਰ ਪਾਰਟਨਰ ਸ਼ੇਅਰਿੰਗ ਪ੍ਰੋਫਿਟ ਐਂਡ ਲॉसेस in the proportion of equita 2 equita 10 and equita share respectively. The firm's balance sheet as on 31 December 2024 was as follow. Balance sheet given ਆ, ਉਸ ਤੋਂ ਬਾਅਦ ਅੱਗੇ ਆਪਾਂ ਨੂੰ ਫਰਦਰ ਇਨਫੋਰਮੇਸ਼ਨ ਗਿਵਨ ਆ। You are required to close the books of the firm in accordance with the decision in the Garner versus Murray. ਤਾਂ ਆਪਾਂ ਰੀਲੇਗੇਸ਼ਨ ਅਕਾਊਂਟ ਪ੍ਰਪੇਅਰ ਕਰ ਲਾਂਗੇ। ਐਸੈਟਸ ਨੂੰ ਡੈਬਿਟ ਸਾਈਡ 'ਤੇ ਟ੍ਰਾਂਸਫਰ ਕਰ ਦਾਂਗੇ। ਐਸੈਟਸ ਆਪਣੇ ਕੋਲੇ ਡੈਟਰ ਸੀ, ਸਟਾਕ ਸੀ, ਫਿਕਸ ਐਸੈਟ ਸੀ। ਉਸ ਤੋਂ ਬਾਅਦ ਲਾਇਬਿਲਿਟੀਜ਼ ਨੂੰ ਕ੍ਰੈਡਿਟ ਸਾਈਡ 'ਤੇ ਪਾ ਲਾਂਗੇ। ਆਪਣੇ ਕੋਲ ਕ੍ਰੈਡੀਟਰ ਸੀ, ਇੱਕ ਲੋਨ ਔਨ ਮੌਰਟਗੇਜ ਸੀ। ਉਸ ਤੋਂ ਬਾਅਦ ਜਿਵੇਂ ਕੁਐਸਚਨ ਕਿਹਾ ਵਾ ਸੀ ਉਵੇਂ ਆਪਾਂ ਸੋਲਵ ਕਰ ਲਾਂਗੇ। ਇਟ ਵਾਜ਼ ਰਿਜ਼ੋਲਵ ਟੂ ਡਿਜ਼ੋਲਵ ਦਾ ਪਾਰਟਨਰਸ਼ਿਪ ਐਜ਼ ਔਨ ਦਿਸ ਡੇਟ। ਦਾ ਫਿਕਸ ਐਸੈਟ ਐਂਡ ਸਟਾਕ ਰਿਲਾਈਜ਼ 35,000, ਤਾਂ ਫਿਕਸ ਐਸੈਟ ਅਤੇ ਸਟਾਕ ਤੋਂ ਆਪਾਂ ਨੂੰ 35,000 ਮਿਲਿਆ। ਬਾਈ ਬੈਂਕ ਦੇ ਨਾਮ ਨਾਲ ਆਪਾਂ 35,000 ਲਿਖ ਦਾਂਗੇ। ਬੈਡ ਡੈਟ 'ਤੇ ਡਿਸਕਾਊਂਟ ਅਲਾਊਡ ਅਮਾਊਂਟ ਟੂ 1600। ਡੈਟਰਸ ਹੈ ਕਿੰਨੇ ਸੀਗੇ ਆਪਣੇ 32,600, ਇਹਦੇ ਵਿੱਚ 1600 ਮਾਈਨਸ ਕਰ ਦਾਂਗੇ, ਤਾਂ 31,000 ਆਪਣੇ ਕੋਲੇ ਡੈਟਰਸ ਤੋਂ ਮਿਲ ਜਾਣਗੇ। ਉਸ ਤੋਂ ਬਾਅਦ ਡੈਬਿਟ ਸਾਈਡ 'ਤੇ ਆਪਾਂ ਮੌਰਟਗੇਜ ਲੋਨ ਨੂੰ ਪੇ ਕਰਤਾ, ਤਾਂ ਬਸ ਇਹ 2
ਬੈਂਕ ਦੇ ਨਾਮ ਨਾਲ ਡੈਬਿਟ ਸਾਈਡ ਤੇ ਆ ਜਾਣਾ ਗਾ। देयर वाज अ क्लेम फॉर डैमेज पेंडिंग अगेंस्ट द फर्म विच वाज सैटल एट 5600 ਤਾਂ 5600 ਆਪਾਂ ਨੂੰ ਡੈਮੇਜ ਦੇ ਪੇ ਕਰਨੇ ਪੈ ਰਹੇ ਆ ਤਾਂ ਟੂ ਬੈਂਕ ਦੇ ਨਾਮ ਨਾਲ ਡੈਮੇਜ ਦਾ ਆ ਜਾਊਗਾ। ਐਕਸਪੈਂਸਿਸ ਸੀਗੇ ਰੀਲਾਈਜੇਸ਼ਨ ਦੇ 395 ਉਹ ਵੀ ਡੈਬਿਟ ਸਾਈਡ ਤੇ ਪਾ ਦਾਂਗੇ। ਉਸ ਤੋਂ ਬਾਅਦ ਕ੍ਰੈਡਿਟਰ ਬਾਰੇ ਕਿਹਾ ਵਾ ਸੀ ਕ੍ਰੈਡਿਟਰ ਵਰ ਪੇਡ ਲੈਸ ਡਿਸਕਾਊਂਟ 5% ਤਾਂ ਜਿੰਨੇ ਸੀ ਉਹਦੇ ਵਿੱਚੋਂ 5% ਮਾਈਨਸ ਕਰਕੇ ਟੂ ਬੈਂਕ ਦੇ ਨਾਮ ਨਾਲ ਆ ਜਾਏਗਾ। ਉਸ ਤੋਂ ਬਾਅਦ ਆਪਾਂ ਦੋਨੋਂ ਸਾਈਡ ਟੋਟਲ ਕਰਾਂਗੇ ਤੇ ਜੋ ਬੈਲੈਂਸਿੰਗ ਫਿਗਰ ਆ ਜਾਏਗੀ ਬਾਈ ਲਾਸ ਔਨ ਰੀਲਾਈਜੇਸ਼ਨ ਆ ਜਾਏਗਾ। ਫਿਰ ਪਾਰਟਨਰ ਕੈਪੀਟਲ ਅਕਾਊਂਟ ਪ੍ਰਪੇਅਰ ਕਰਾਂਗੇ ਜਿਹਦਾ ਡੈਬਿਟ ਬੈਲੈਂਸ ਸੀ ਡੈਬਿਟ ਸਾਈਡ ਤੇ ਪਾ ਦਿਓ, ਜਿਹਦਾ ਕ੍ਰੈਡਿਟ ਸੀ ਕ੍ਰੈਡਿਟ ਸਾਈਡ ਤੇ ਪਾ ਦਿਓ। ਫਿਰ ਆਪਾਂ ਰੀਲਾਈਜੇਸ਼ਨ ਦਾ ਲਾਸ ਡੈਬਿਟ ਸਾਈਡ ਤੇ ਟ੍ਰਾਂਸਫਰ ਕਰਾਂਗੇ ਤੇ ਜਿੰਨਾ ਰੀਲਾਈਜੇਸ਼ਨ ਦਾ ਲਾਸ ਹੈ ਜਿਹੜੇ ਸੋਲਵੈਂਟ ਪਾਰਟਨਰਸ ਹੈ ਉਹਨਾਂ ਤੋਂ ਆਪਾਂ ਮੰਗਾ ਲਾਂਗੇ ਜਿੰਨਾ ਵੀ ਉਹਨਾਂ ਦਾ ਲਾਸ ਬਣ ਰਿਹਾ ਹੈਗਾ। ਤੇ ਇੱਕ ਇਹਨਾਂ ਨੇ ਆਪਾਂ ਨੂੰ ਕਿਹਾ ਸੀਗਾ ਵੀ ਜਿਹੜਾ ਆਪਣਾ ਥਰਡ ਪਾਰਟਨਰ ਹੈਗਾ C was insolvent and a dividend of 25 ਪੈਸੇ in rupee was received in respect of a firm's claim against his estate। ਆਪਾਂ ਉਹਨੂੰ 2000 ਰੁਪਈਆ ਕੀ ਕਰਨਾ ਗਾ 2000 ਤਾਂ ਉਹਦਾ ਡੈਬਿਟ ਬੈਲੈਂਸ ਸੀਗਾ ਤੇ ਬਾਕੀ ਰੀਲਾਈਜੇਸ਼ਨ ਦਾ ਲਾਸ 1403 ਰੁਪਏ ਨਾ ਉਹਨਾਂ ਨੂੰ ਟੋਟਲ ਕਰਕੇ ਉਹਦੇ ਚੋਂ 25 ਪੈਸੇ ਦਊਗਾ। ਜਿੰਨੇ ਵੀ ਆਪਾਂ ਨੇ ਗੱਲ ਹੋਈ ਸੀ ਵੀ ਜਿੰਨੇ ਵੀ ਉਹਦੇ ਕੋਲ ਉਹਦੀ ਪੇਮੈਂਟ ਬਣਦੀ ਹੈ ਉਹਦੇ ਚੋਂ 25 ਪੈਸੇ ਦਊਗਾ ਤਾਂ ਮਤਲਬ 1/4 ਕਹਿ ਸਕਦੇ ਹੈਗੇ। ਤੇ ਟੋਟਲ ਕਰਕੇ ਜਿੰਨਾ ਆ ਗਿਆ ਉਹਦਾ 25% ਕੱਢ ਲਿਆ ਜਾਂ 1/4 ਤਾਂ ਕਿੰਨਾ ਆ ਜਾਏਗਾ 852 ਬਾਈ ਬੈਂਕ ਦੇ ਨਾਮ ਨਾਲ ਲਿਖ ਦਾਂਗੇ। ਉਸ ਤੋਂ ਬਾਅਦ ਜਿਹੜੀ ਬੈਲੈਂਸਿੰਗ ਫਿਗਰ ਆ ਗਈ ਹੈਗੀ C ਤੇ ਕੈਪੀਟਲ ਅਕਾਊਂਟ ਦੀ ਇਹ ਕੀ ਹੋਏਗੀ ਡੈਫੀਸ਼ੀਐਂਸੀ ਹੋਏਗੀ। ਇਹ ਕੌਣ ਬੀਅਰ ਕਰੇਗਾ A ਤੇ B ਦੀ ਕੈਪੀਟਲ ਰੇਸ਼ੋ ਦੇ ਵਿੱਚ ਉਹ ਕਿੰਨੀ ਹੈ 3:2 ਤਾਂ ਆਪਾਂ ਬਸ ਜੋ ਡੈਫੀਸ਼ੀਐਂਸੀ ਆ ਰਹੀ ਹੈ ਉਹ ਬਾਈ A's ਕੈਪੀਟਲ ਬਾਈ B's ਕੈਪੀਟਲ ਲਿਖ ਦਾਂਗੇ ਤੇ ਇੱਧਰ 2 C's ਕੈਪੀਟਲ ਆ ਜਾਏਗਾ। ਉਸ ਤੋਂ ਬਾਅਦ ਦੋਨੋਂ ਸਾਡਾ ਟੋਟਲ ਕਰਾਂਗੇ ਜੋ ਬੈਲੈਂਸਿੰਗ ਫਿਗਰ ਆ ਜਾਏਗੀ ਟੂ ਬੈਂਕ ਅਕਾਊਂਟ ਆ ਜਾਏਗਾ। ਅੱਗੇ ਬੈਂਕ ਅਕਾਊਂਟ ਪ੍ਰਪੇਅਰ ਕਰ ਲਾਂਗੇ ਇਹਦੇ 'ਚ ਬੈਲੈਂਸ ਬਰੋਡ ਡਾਊਨ ਡੈਬਿਟ ਸਾਈਡ ਤੇ ਲਿਖਾਂਗੇ। ਟੂ ਰੀਲਾਈਜੇਸ਼ਨ ਜੋ ਬਾਈ ਬੈਂਕ ਸੀਗਾ ਉਹ ਵੀ ਡੈਬਿਟ ਸਾਈਡ ਤੇ ਲਿਖ ਦਾਂਗੇ। ਇੱਧਰ ਬਾਈ ਪਾਰਟਨਰਸ ਕੈਪੀਟਲ ਜੋ ਟੂ ਬੈਂਕ ਆਇਆ ਹੈਗਾ ਇਹ ਲਿਖ ਦਾਂਗੇ। ਬਾਈ ਰੀਲਾਈਜੇਸ਼ਨ ਜੋ ਬੈਂਕ ਦੇ ਵਿੱਚ ਆਪਾਂ ਅੰਟਾ ਪਾਈਆਂ ਸੀ ਕ੍ਰੈਡਿਟਰ ਮੌਰਗੇਜ ਲੋਨ ਡੈਮੇਜ ਐਕਸਪੈਂਸਿਸ ਉਹ ਸਾਰੇ ਇੱਧਰ ਕ੍ਰੈਡਿਟ ਸਾਈਡ ਤੇ ਪਾ ਦੇ। ਇੱਧਰ ਡੈਬਿਟ ਸਾਈਡ ਤੇ ਜਿਹੜਾ ਬਾਈ ਬੈਂਕ ਆਪਾਂ ਲਿਖਿਆ ਸੀਗਾ ਵੀ A ਤੋਂ ਮਿਲਿਆ B ਤੋਂ ਮਿਲਿਆ C ਤੋਂ ਮਿਲਿਆ ਉਹ ਵਾਲਾ 2 A's B's C's ਕੈਪੀਟਲ ਲਿਖ ਦਾਂਗੇ। ਦੋਨੋਂ ਸਾਈਡ ਟੋਟਲ ਕਰਾਂਗੇ ਤੇ ਟੋਟਲ ਮੈਚ ਹੋ ਸੀਗਾ। Question XYZ were partners sharing profit and losses equally. The balance sheet of the firm stood as follows on 31/10/2024 बैलेंस शीट गिवन ਉਸ ਤੋਂ ਬਾਅਦ ਫਰਦਰ ਇਨਫੋਰਮੇਸ਼ਨ ਗਿਵਨ ਹੈਗੀ ਤਾਂ ਆਪਾਂ ਰੀਲਾਈਜੇਸ਼ਨ ਅਕਾਊਂਟ ਪ੍ਰਪੇਅਰ ਕਰ ਲੈਂਦੇ ਆ। ਐਸਿਡਸ ਨੂੰ ਡੈਬਿਟ ਸਾਈਡ ਤੇ ਟ੍ਰਾਂਸਫਰ ਕਰ ਲਾਂਗੇ। ਐਸਿਡਸ ਆਪਣੇ ਕੋਲ ਡੈਟਰ ਸੀ ਸਟਾਕ ਸੀ ਇਨਵੈਸਟਮੈਂਟ ਸੀ ਪਲਾਂਟ ਫਰਨੀਚਰ। ਉਸ ਤੋਂ ਬਾਅਦ ਲੈਵਲਟੀ ਦੇ ਵਿੱਚ ਕ੍ਰੈਡਿਟਰ ਬੈਂਕ ਲੋਨ ਸੀ। ਫਿਰ ਜਿਵੇਂ ਕੁਐਸਚਨ ਕਿਹਾ ਵਾ ਉਵੇਂ ਸੋਲਵ ਕਰ ਲਾਂਗੇ। ਇਹਨਾਂ ਨੇ ਕਿਹਾ ਪਲਾਂਟ ਤੋਂ 32000 ਮਿਲਿਆ ਸਟਾਕ ਤੋਂ 33500 ਡੈਟਰ ਤੋਂ 18000 ਇਹ ਬਾਈ ਬੈਂਕ ਦੇ ਨਾਮ ਨਾਲ ਲਿਖ ਦਾਂਗੇ। ਉਸ ਤੋਂ ਬਾਅਦ ਇਹਨਾਂ ਨੇ ਕਿਹਾ ਐਗਰੀ ਟੂ ਟੇਕ ਓਵਰ ਇਨਵੈਸਟਮੈਂਟ ਐਟ ਬੁੱਕ ਵੈਲਿਊ ਐਂਡ ਜੈਡ ਟੁੱਕ ਓਵਰ ਫਰਨੀਚਰ ਐਟ 4000 ਬਾਈ ਐਕਸਿਸ ਕੈਪੀਟਲ ਬਾਈ ਜੈਡਸ ਕੈਪੀਟਲ 10000 ਤੇ 4000 ਆਪਾਂ ਲਿਖ ਦਾਂਗੇ ਜਿੰਨੀ ਵੀ ਮਤਲਬ ਵੈਲਿਊ ਸੀਗੀ ਕੁਐਸਚਨ ਦੇ ਵਿੱਚ। ਠੀਕ ਹੈ। ਉਸ ਤੋਂ ਬਾਅਦ ਇਹਨਾਂ ਨੇ ਕਿਹਾ ਦਾ ਕੋਸਟ ਆਫ ਰੀਲਾਈਜੇਸ਼ਨ ਅਮਾਊਂਟਡ ਟੂ 500 ਦਾ ਰੀਲਾਈਜੇਸ਼ਨ ਐਕਸਪੈਂਸਿਸ ਹੋ ਗਏ ਟੂ ਬੈਂਕ ਦੇ ਨਾਮ ਨਾਲ ਡੈਬਿਟ ਸਾਈਡ ਤੇ ਲਿਖ ਦਾਂਗੇ। ਹੁਣ ਇਹਨਾਂ ਨੇ ਆਪਾਂ ਨੂੰ ਕ੍ਰੈਡਿਟਰ ਦੀ ਪੇਮੈਂਟ ਬਾਰੇ ਤੇ ਬੈਂਕ ਲੋਨ ਬਾਰੇ ਕੁਛ ਨਹੀਂ ਕਿਹਾ ਵਾ ਤਾਂ ਆਪਾਂ ਕੀ ਕਰਾਂਗੇ ਜਿੰਨੀ ਪਹਿਲਾਂ ਲਿਖੀ ਸੀ ਉਹੀ ਵੈਲਿਊ ਦੇਖ ਕੇ ਆਪਾਂ ਫੇਰ ਲਿਖ ਦੇਣੀ। ਉਸ ਤੋਂ ਬਾਅਦ ਆਪਾਂ ਦੋਨੋਂ ਸਾਈਡ ਟੋਟਲ ਕਰਾਂਗੇ ਜੋ ਬੈਲੈਂਸਿੰਗ ਫਿਗਰ ਆ ਜਾਏਗੀ ਬਾਈ ਲਾਸ ਔਨ ਰੀਲਾਈਜੇਸ਼ਨ ਆ ਜਾਏਗਾ। ਅੱਗੇ ਪਾਰਟਨਰ ਕੈਪੀਟਲ ਅਕਾਊਂਟ ਪ੍ਰਪੇਅਰ ਕਰ ਲਾਂਗੇ। ਡੈਬਿਟ ਬੈਲੈਂਸ ਡੈਬਿਟ ਸਾਈਡ ਤੇ ਤਾਰ ਲਓ ਕ੍ਰੈਡਿਟ ਬੈਲੈਂਸ ਕ੍ਰੈਡਿਟ ਸਾਈਡ ਤੇ ਤਾਰ ਲਓ। ਜੋ ਲਾਸ ਹੈ ਰੀਲਾਈਜੇਸ਼ਨ ਦਾ ਡੈਬਿਟ ਸਾਈਡ ਤੇ ਲਿਖ ਦਾਂਗੇ। ਇੱਧਰ ਉਹੀ ਲਾਸ ਜਿਹੜੇ ਸੋਲਵੈਂਟ ਪਾਰਟਨਰ ਆ ਉਹ ਲੈ ਆਉਣਗੇ ਬਾਈ ਬੈਂਕ ਅਕਾਊਂਟ ਦੇ ਨਾਮ ਨਾਲ। ਤੇ ਇੱਥੇ ਬਾਈ ਦੇ ਵਿੱਚ ਤਾਂ ਇਹ ਹੋ ਰਿਹਾ ਹੈਗਾ ਬਾਈ ਨੇ ਕਿਹਾ ਹੈਗਾ ਵੀ ਸਿਰਫ 3500 ਰੁਪਈਆ ਆਪਾਂ ਨੂੰ ਉਹ ਤੋਂ ਰਿਕਵਰ ਹੋਇਆ ਤਾਂ ਬਾਈ ਬੈਂਕ 'ਚ 3500 ਆਪਾਂ ਦੇਖ ਕੇ ਹੀ ਲਿਖ ਦਾਂਗੇ। ਠੀਕ ਹੈ। ਉਸ ਤੋਂ ਬਾਅਦ ਆਪਾਂ ਨੇ ਕੀ ਕਰਨਾ ਗਾ ਜਿਹੜਾ ਇਹ 22 ਦਾ ਹੈਗਾ 22 ਦਾ ਦੋਨੋਂ ਸਾਈਡਾਂ ਟੋਟਲ ਕਰਾਂਗੇ। ਜੋ ਬੈਲੈਂਸਿੰਗ ਫਿਗਰ ਆ ਜਾਏਗੀ ਉਹ ਡੈਫੀਸ਼ੀਐਂਸੀ ਆ ਜਾਏਗੀ। ਇਹ ਐਕਸ ਤੇ ਜ਼ੈਡ ਬੀਅਰ ਕਰਨਗੇ ਕਿਸ ਰੇਸ਼ੋ ਦੇ ਵਿੱਚ ਇਹਨਾਂ ਦੀ ਕੈਪੀਟਲ ਰੇਸ਼ੋ ਦੇ ਵਿੱਚ 5:4। ਠੀਕ ਹੈ। ਉਸ ਤੋਂ ਬਾਅਦ ਇਹ ਬਾਈ ਐਕਸਿਸ ਕੈਪੀਟਲ ਜੈਡਸ ਕੈਪੀਟਲ ਲਿਖ ਦਾਂਗੇ ਉਹੀ 2 ਵਾਈਜ਼ ਕੈਪੀਟਲ ਡੈਬਿਟ ਸਾਈਡ ਤੇ ਲਿਖ ਦਾਂਗੇ। ਦੋਨੋਂ ਸਾਈਡ ਟੋਟਲ ਕਰਾਂਗੇ ਜੋ ਬੈਲੈਂਸਿੰਗ ਫਿਗਰ ਆ ਜਾਏਗੀ ਟੂ ਬੈਂਕ ਅਕਾਊਂਟ ਆ ਜਾਏਗਾ। ਫਿਰ ਅੱਗੇ ਬੈਂਕ ਅਕਾਊਂਟ ਪ੍ਰਪੇਅਰ ਕਰ ਲਾਂਗੇ ਬੈਲੈਂਸ ਬਰੋਡ ਡਾਊਨ ਡੈਬਿਟ ਸਾਈਡ ਤੇ ਲਿਖਾਂਗੇ। ਰੀਲਾਈਜੇਸ਼ਨ ਦੇ ਵਿੱਚ ਜੋ ਟੂ ਬੈਂਕ ਸੀ ਉਹ ਬਾਈ ਰੀਲਾਈਜੇਸ਼ਨ ਮਤਲਬ ਆ ਜਾਏਗਾ ਬੈਂਕ ਦੇ ਵਿੱਚ ਤੇ ਜੋ ਟੂ ਬੈਂਕ ਸੀ ਪਾਰਟਨਰ ਦੇ ਵਿੱਚ ਉਹ ਵੀ ਬਾਈ ਪਾਰਟਨਰ ਇੱਧਰ ਆ ਜਾਏਗਾ। ਉਸੇ ਤਰੀਕੇ ਨਾਲ ਡੈਬਿਟ ਸਾਈਡ ਤੇ ਜੋ ਆਪਾਂ ਬਾਈ ਬੈਂਕ ਲਿਖਿਆ ਸੀਗਾ ਪਲਾਂਟ ਸਟਾਕ ਡੈਟਰ ਦਾ ਉਹ ਲਿਖ ਦਾਂਗੇ ਟੂ ਰੀਲਾਈਜੇਸ਼ਨ ਦੇ ਨਾਮ ਨਾਲ ਤੇ ਐਕਸ ਤੇ ਬਾਈ ਜੈਡ ਤੋਂ ਜੋ ਮੰਗਾਇਆ ਸੀ ਉਹ ਵੀ ਇੱਧਰ ਡੈਬਿਟ ਸਾਈਡ ਤੇ ਲਿਖ ਦਾਂਗੇ। ਦੋਨੋਂ ਸਾਈਡ ਟੋਟਲ ਕਰਾਂਗੇ ਟੋਟਲ ਮੈਚ
Question following was the balance sheet of a firm as at 31 ਮਾਰਚ 2024 balance sheet given a further information followed। ਤਾਂ ਆਪਾਂ ਰੀਲੇਗੇਸ਼ਨ ਅਕਾਊਂਟ ਤੋਂ ਦੋਨੋਂ ਤਰੀਕਿਆਂ ਨਾਲ ਸੇਮ ਹੀ ਬਣਨਾ, ਤਾਂ ਸਭ ਤੋਂ ਪਹਿਲਾਂ ਰੀਲੇਗੇਸ਼ਨ ਅਕਾਊਂਟ ਪ੍ਰਪੇਅਰ ਕਰ ਲੈਂਦੇ ਆ। ਐਸੈਟਸ ਨੂੰ ਡੈਬਿਟ ਸਾਈਡ ਤੇ ਟ੍ਰਾਂਸਫਰ ਕਰ ਲਾਂਗੇ। ਡੈਟਰ ਸਟਾਕ ਮਸ਼ੀਨਰੀ ਲੈਂਡ ਸੀ। ਉਸ ਤੋਂ ਬਾਅਦ ਕ੍ਰੈਡੀਟਰਸ ਨੂੰ ਆਪਾਂ ਕ੍ਰੈਡਿਟ ਸਾਈਡ ਤੇ ਟ੍ਰਾਂਸਫਰ ਕਰ ਲਾਂਗੇ। ਫਿਰ ਜਿਵੇਂ ਕੁਐਸਚਨ ਦੇ ਵਿੱਚ ਕਿਹਾ ਵਾ ਸੀ ਉਵੇਂ ਆਪਾਂ ਬਾਈ ਬੈਂਕ ਟੂ ਬੈਂਕ ਲਿਖ ਦਾਂਗੇ। ਬਾਈ ਬੈਂਕ ਲਈ ਕੀ ਕਰਾਂਗੇ, ਇੱਥੇ ਇਹਨਾਂ ਨੇ ਆਪਾਂ ਨੂੰ ਦਿੱਤਾ ਵਾ ਕਿ ਐਸਿਡਸ ਰਿਲਾਈਜ਼ ਹੋ ਗਈ 4,53,600 ਦਾ ਬਾਈ ਬੈਂਕ ਉਹ ਆ ਜਾਏਗਾ। ਅਤੇ ਫਾਰਮ ਨੇ 3,000 ਆਪਾਂ ਨੂੰ ਆਊਟਸਟੈਂਡਿੰਗ ਬਿੱਲ ਦਾ ਪੇ ਕਰਨਾ ਗਾ, ਉਹ ਟੂ ਬੈਂਕ ਆ ਜਾਏਗਾ ਬਿੱਲ ਪੇਡ ਦਾ। ਅਤੇ ਕ੍ਰੈਡੀਟਰ ਬਾਰੇ ਕੁਛ ਨਹੀਂ ਕਿਹਾ ਵਾ, ਅਤੇ ਇਹਦਾ ਮਤਲਬ ਆਪਾਂ ਕ੍ਰੈਡੀਟਰ ਨੂੰ ਜਿੰਨਾ ਸਟਾਰਟਿੰਗ ਦੇ ਵਿੱਚ ਸੀ ਉਨਾ ਹੀ ਹੁਣ ਪੇ ਕਰ ਦਾਂਗੇ। ਦੋਨੋਂ ਸਾਈਡ ਟੋਟਲ ਕਰਾਂਗੇ ਅਤੇ ਜੋ ਬੈਲੈਂਸਿੰਗ ਫਿਗਰ ਆ ਜਾਏਗੀ ਬਾਈ ਲੋਸ ਟ੍ਰਾਂਸਫਰ ਟੂ ਕਰੰਟ ਅਕਾਊਂਟ ਆ ਜਾਏਗਾ। ਪਾਰਟਨਰਸ ਕਰੰਟ ਅਕਾਊਂਟ ਪ੍ਰਪੇਅਰ ਕਰ ਲੈਣੇ। ਡੈਬਿਟ ਬੈਲੈਂਸ ਡੈਬਿਟ ਸਾਈਡ 'ਤੇ ਉਤਾਰ ਲਓ, ਕ੍ਰੈਡਿਟ ਬੈਲੈਂਸ ਕ੍ਰੈਡਿਟ ਸਾਈਡ 'ਤੇ ਉਤਾਰ ਲਓ। ਉਸ ਤੋਂ ਬਾਅਦ ਇੱਧਰ ਆਪਾਂ ਡੈਬਿਟ ਸਾਈਡ 'ਤੇ ਰੀਲੇਗੇਸ਼ਨ ਦਾ ਲੋਸ ਟ੍ਰਾਂਸਫਰ ਕਰ ਦਾਂਗੇ। ਫਿਰ ਅੱਗੇ ਜਾ ਕੇ ਦਾ ਆਪਾਂ ਟੋਟਲ ਕਰ ਲਾਂਗੇ, ਅਤੇ ਉਹ ਟੋਟਲ ਇੱਧਰ ਬਾਈ ਕੈਪੀਟਲ ਅਕਾਊਂਟ ਦੇ ਨਾਮ ਨਾਲ ਆਰ ਦੇ ਅਮਾਊਂਟ ਪਾ ਦਾਂਗੇ। ਉਸ ਤੋਂ ਬਾਅਦ ਇਸ ਅਮਾਊਂਟ ਨੂੰ 52,453 ਨੂੰ ਅੱਗੇ ਤੇ ਕੈਪੀਟਲ ਅਕਾਊਂਟ ਦੇ ਵਿੱਚ ਆਪਾਂ ਡੈਬਿਟ ਸਾਈਡ 'ਤੇ ਲਿਖ ਦਾਂਗੇ ਟੂ ਕਰੰਟ ਅਕਾਊਂਟ ਦੇ ਨਾਮ ਨਾਲ, ਕਿਉਂਕਿ ਉੱਤੋਂ ਵੈਲਿਊ ਆਈ ਹੈ। ਉਸ ਤੋਂ ਬਾਅਦ ਕੈਪੀਟਲ ਅਕਾਊਂਟ ਪ੍ਰਪੇਅਰ ਕਰ ਲਾਂਗੇ। ਬਾਈ ਬੈਲੈਂਸ ਬਰੋਡ ਡਾਊਨ ਲਿਖ ਲਾਂਗੇ। ਫਿਰ ਬਾਈ ਬੈਂਕ ਅਕਾਊਂਟ ਲਿਖ ਦਾਂਗੇ। ਜਿਹੜਾ ਲੋਸ ਸੀਗਾ ਉਹ ਸੋਲਵੈਂਟ ਪਾਰਟਨਰਸ ਦਾ ਪੂਰਾ ਲੈ ਕੇ ਆਉਣਗੇ, ਅਤੇ ਜਿਹੜਾ ਇਨਸੋਲਵੈਂਟ ਆ ਉਹਦੇ ਕੋਲ ਤਾਂ 2,000 ਰਿਕਵਰ ਹੋ ਰਿਹਾ ਤਾਂ ਉਹ 2,000 ਹੀ ਲੈ ਕੇ ਆਊਗਾ। ਉਸ ਤੋਂ ਬਾਅਦ ਆਪਾਂ ਨੇ ਕੀ ਕਰਨਾ ਹੈਗਾ, ਆਰ ਦੀਆਂ ਦੋਨੋਂ ਸਾਈਡਸ ਦਾ ਟੋਟਲ ਕਰ ਲਾਂਗੇ। ਇਹਦੇ ਵਿੱਚ ਇੱਕ ਸਾਈਡ 'ਤੇ 51,453 ਰੁਪਏ, ਦੂਜੀ ਸਾਈਡ 'ਤੇ 42,000 ਹੈ। ਤਾਂ ਇਹਦਾ ਮਤਲਬ ਬਾਕੀ ਜੋ ਆ ਗਿਆ ਉਹ ਬੈਲੈਂਸਿੰਗ ਫਿਗਰ ਆ ਗਈ ਹੈ। ਉਸ ਬੈਲੈਂਸਿੰਗ ਫਿਗਰ ਨੂੰ ਆਪਣੇ ਸੋਲਵੈਂਟ ਪਾਰਟਨਰ ਕੈਪੀਟਲ ਰੇਸ਼ੀਓ ਦੇ ਵਿੱਚ ਵੰਡਣਗੇ, ਤਾਂ ਉਹ ਕੰਟਰੀਬਿਊਟ ਕਰ ਦੇਣਗੇ ਬਾਈ ਪੀਸ ਕੈਪੀਟਲ ਅਤੇ ਕਿਊਜ਼ ਕਰੰਟ ਅਕਾਊਂਟ ਲਿਖ ਦਾਂਗੇ। ਪੀਸ ਕਰੰਟ ਅਕਾਊਂਟ, ਕਿਊਜ਼ ਕਰੰਟ ਅਕਾਊਂਟ, ਇਹ ਵੈਲਿਊਜ਼ ਲਿਖੀਆਂ। ਉਸ ਤੋਂ ਬਾਅਦ ਅੱਗੇ ਆਪਾਂ ਇਹ ਵੈਲਿਊ ਇੱਥੇ ਕ੍ਰੈਡਿਟ ਸਾਈਡ 'ਤੇ ਲਿਖੀਆਂ, ਤਾਂ ਇਹਨੂੰ ਉੱਪਰ ਕਰੰਟ ਅਕਾਊਂਟ ਦੇ ਵਿੱਚ ਡੈਬਿਟ ਸਾਈਡ 'ਤੇ ਲਿਖ ਦਿਓ। ਟੂ ਆਰਸ ਕੈਪੀਟਲ ਦੇ ਨਾਮ ਨਾਲ ਲਿਖਣਾ, ਤਾਂ ਪੀ ਅਤੇ ਕਿਊ ਦੇ ਵਿੱਚੋਂ ਹੀ ਪੈਸੇ ਤਾਂ ਕੱਟਣੇ ਆ ਬਸ। ਫਿਰ ਦੋਨੋਂ ਸਾਈਡ ਦਾ ਪੀ ਦਾ ਅਤੇ ਕਿਊ ਦਾ ਟੋਟਲ ਕਰ ਲਓ, ਜੋ ਬੈਲੈਂਸਿੰਗ ਫਿਗਰ ਆ ਜਾਏਗੀ ਟੂ ਕੈਪੀਟਲ ਜਾਂ ਬਾਈ ਕੈਪੀਟਲ ਅਕਾਊਂਟ ਆ ਜਾਏਗਾ। ਇਹ ਜਿਹੜੀ ਬੈਲੈਂਸਿੰਗ ਫਿਗਰ ਹੈਗੀ ਇਹਨੂੰ ਅੱਗੇ ਆਪਾਂ ਲਿਆਉਣਾ ਗਾ। ਜੇ ਬਾਈ ਕੈਪੀਟਲ ਆ ਤਾਂ ਟੂ ਆਪਣਾ ਕਰੰਟ ਅਕਾਊਂਟ ਦੇ ਨਾਮ ਨਾਲ ਆ ਜਾਊਗੀ, ਅਤੇ ਜੇ ਟੂ ਕੈਪੀਟਲ ਉਹ ਬਾਈ ਕਰੰਟ ਅਕਾਊਂਟ ਦੇ ਨਾਮ ਨਾਲ ਆ ਜਾਏਗੀ। ਜਿਵੇਂ ਬਾਈ ਪੀਸ ਕਰੰਟ ਅਕਾਊਂਟ ਇੱਥੇ ਆਇਆ ਵਾ 51,454 ਰੁਪਏ ਦਾ। ਉਸ ਤੋਂ ਬਾਅਦ ਆਪਾਂ ਦੋਨੋਂ ਸਾਈਡ ਟੋਟਲ ਕਰਾਂਗੇ, ਜੋ ਬੈਲੈਂਸਿੰਗ ਫਿਗਰ ਆ ਜਾਏਗੀ ਟੂ ਬੈਂਕ ਅਕਾਊਂਟ ਆ ਜਾਏਗਾ। ਬੈਂਕ ਅਕਾਊਂਟ ਪ੍ਰਪੇਅਰ ਕਰ ਲਾਂਗੇ। ਇਹਦੇ ਵਿੱਚ ਆਪਣੇ ਕੋਲੇ ਟੂ ਬੈਲੈਂਸ ਬਰੋਡ ਡਾਊਨ ਡੈਬਿਟ ਸਾਈਡ 'ਤੇ ਲਿਖ ਦਾਂਗੇ। ਬਾਈ ਰੀਲੇਗੇਸ਼ਨ ਲਿਖ ਦਾਂਗੇ। ਜਿਹੜੇ ਪੈਸੇ ਆਪਾਂ ਨੂੰ ਰਿਸੀਵ ਹੋਏ ਸੀਗੇ ਉਹ ਡੈਬਿਟ ਸਾਈਡ 'ਤੇ ਲਿਖਣੇ, ਜਿਹੜੇ ਆਪਾਂ ਪੇ ਕੀਤੇ ਆ ਉਹ ਕ੍ਰੈਡਿਟ ਸਾਈਡ 'ਤੇ ਲਿਖਣੇ। ਤਾਂ ਬਾਈ ਰੀਲੇਗੇਸ਼ਨ ਦੇ ਵਿੱਚ ਤਾਂ ਕ੍ਰੈਡੀਟਰਸ ਦੇ ਆਊਟਸਟੈਂਡਿੰਗ ਬਿੱਲ ਵਾਲਾ ਸੀ ਉਹ ਲਿਖ ਦਾਂਗੇ। ਟੂ ਰੀਲੇਗੇਸ਼ਨ ਦੇ ਵਿੱਚ ਜੋ ਬਾਈ ਬੈਂਕ ਲਿਖਿਆ ਸੀ ਆਪਾਂ 4,53,600 ਉਹ ਲਿਖ ਦਾਂਗੇ। ਉਸ ਤੋਂ ਬਾਅਦ ਇੱਥੇ ਪਾਰਟਨਰ ਕੈਪੀਟਲ ਅਕਾਊਂਟ ਦਾ ਜੋ ਟੂ ਬੈਂਕ ਆਇਆ ਸੀਗਾ ਉਹ ਇੱਧਰ ਬਾਈ ਪਾਰਟਨਰ ਕੈਪੀਟਲ ਲਿਖ ਦਾਂਗੇ, ਅਤੇ ਜਿੱਥੇ ਬਾਈ ਬੈਂਕ ਆਇਆ ਸੀ ਉਹ ਟੂ ਪੀਜ਼ ਮਤਲਬ ਕਿ ਉਹ ਟੂ ਪਾਰਟਨਰ ਕੈਪੀਟਲ ਅਕਾਊਂਟ ਡੈਬਿਟ ਸਾਈਡ 'ਤੇ ਲਿਖ ਦਾਂਗੇ। ਪੀ ਦਾ ਸੀ, ਕਿਊ ਦਾ ਸੀ, ਆਰ ਦਾ ਸੀ, ਉਹਦੇ ਨਾਲ ਟੋਟਲ ਕਰਕੇ ਇੱਥੇ ਲਿਖਿਆ ਵਾ। ਇੱਕ ਪੀ ਦੇ ਕਿਊ ਦੇ ਲੋਨ ਸੀਗੇ ਉਹ ਕ੍ਰੈਡਿਟ ਸਾਈਡ 'ਤੇ ਪਾ ਦਾਂਗੇ। ਦੋਨੋਂ ਸਾਈਡ ਟੋਟਲ ਕਰਾਂਗੇ, ਟੋਟਲ ਮੈਚ ਹੋ ਜਾਏਗਾ। ਫੋਲੋਇੰਗ ਇਜ਼ ਦਾ ਬੈਲੈਂਸ ਸ਼ੀਟ ਆਫ ਏ ਬੀ ਸੀ ਐਜ਼ ਔਨ 31/3/2024 ਬੈਲੈਂਸ ਸ਼ੀਟ ਗਿਵਨ ਆ। ਉਸ ਤੋਂ ਬਾਅਦ ਫਰਦਰ ਇਨਫੋਰਮੇਸ਼ਨ ਗਿਵਨ ਹੈਗੀ। ਆਪਾਂ ਨੂੰ ਇਹਦੇ ਵਿੱਚ ਸਭ ਤੋਂ ਪਹਿਲਾਂ ਰੀਲੇਗੇਸ਼ਨ ਅਕਾਊਂਟ ਪ੍ਰਪੇਅਰ ਕਰ ਲਾਂਗੇ। ਐਸੈਟਸ ਨੂੰ ਡੈਬਿਟ ਸਾਈਡ 'ਤੇ ਟ੍ਰਾਂਸਫਰ ਕਰ ਲਾਂਗੇ। ਡੈਟਰ ਸਟਾਕ ਮਸ਼ੀਨਰੀ ਲੈਂਡ ਕ੍ਰੈਡੀਟਰਸ ਨੂੰ ਕ੍ਰੈਡਿਟ ਸਾਈਡ 'ਤੇ ਟ੍ਰਾਂਸਫਰ ਕਰ ਲਾਂਗੇ। ਉਸ ਤੋਂ ਬਾਅਦ ਜਿਵੇਂ ਕੁਐਸਚਨ ਕਿਹਾ ਵਾ ਸੀ ਉਵੇਂ ਸੋਲਵ ਕਰ ਲਾਂਗੇ। ਇਹਦਾ ਐਸਿਡ ਵਿਦ ਦਾ ਐਕਸੈਪਸ਼ਨ ਆਫ ਬੈਂਕ ਬੈਲੈਂਸ ਰਿਲਾਈਜ਼ 2,25,000 ਤਾਂ ਬਾਈ ਬੈਂਕ 2,25,000 ਲਿਖ ਦਾਂਗੇ। ਫਰਮ ਨੇ 3,000 ਆਊਟਸਟੈਂਡਿੰਗ ਬਿੱਲ ਦਾ ਪੇ ਕਰਨਾ ਉਹ ਡੈਬਿਟ ਸਾਈਡ 'ਤੇ ਲਿਖ ਦਾਂਗੇ। ਕ੍ਰੈਡੀਟਰ ਬਾਰੇ ਕੁਛ ਨਹੀਂ ਕਿਹਾ ਵਾ ਤਾਂ ਕ੍ਰੈਡੀਟਰਸ ਨੂੰ ਵੀ ਆਪਾਂ ਪੇ ਕਰ ਦਾਂਗੇ, ਜਿੰਨਾ ਆਪਾਂ ਸਟਾਰਟਿੰਗ 'ਤੇ ਤਾਰਿਆ ਸੀ ਉਹੀ ਪੇ ਕਰ ਦਾਂਗੇ। ਉਸ ਤੋਂ ਬਾਅਦ ਦੋਨੋਂ ਸਾਈਡ ਟੋਟਲ ਕਰਾਂਗੇ, ਜੋ ਬੈਲੈਂਸਿੰਗ ਫਿਗਰ ਆ ਜਾਏਗੀ ਬਾਈ ਲੋਸ ਔਨ ਰੀਲੇਗੇਸ਼ਨ ਆ ਜਾਏਗੀ। ਕਰੰਟ ਅਕਾਊਂਟ ਪ੍ਰਪੇਅਰ ਕਰ ਲਾਂਗੇ। ਬੈਲੈਂਸ ਡੈਬਿਟ ਸਾਈਡ 'ਤੇ ਲਿਖ ਦਾਂਗੇ। ਕ੍ਰੈਡਿਟ ਸਾਈਡ 'ਤੇ ਲਿਖ ਦਾਂਗੇ। ਜਨਰਲ ਰਿਜ਼ਰਵ ਪਾਰਟਨਰ ਦੇ ਵਿੱਚ ਵੰਡ ਦਾਂਗੇ। ਉਸ ਤੋਂ ਬਾਅਦ ਰੀਲੇਗੇਸ਼ਨ ਦਾ ਲੋਸ ਡੈਬਿਟ ਸਾਈਡ 'ਤੇ ਲਿਖ ਦਾਂਗੇ। ਫਿਰ ਆਪਾਂ ਸੀ ਦਾ ਟੋਟਲ ਕਰਕੇ ਸੀ ਦੇ ਵਿੱਚ ਬਾਈ ਕੈਪੀਟਲ ਅਕਾਊਂਟ ਦੇ ਨਾਮ ਨਾਲ ਲਿਖ ਦਾਂਗੇ। ਫਿਰ ਇਸ ਚੀਜ਼ ਨੂੰ ਆਪਾਂ ਅੱਗੇ ਲੈ ਕੇ ਚੱਲਾਂਗੇ ਕੈਪੀਟਲ ਅਕਾਊਂਟ ਦੇ ਵਿੱਚ ਟੂ ਕਰੰਟ ਅਕਾਊਂਟ ਦੇ ਨਾਮ ਨਾਲ ਸੀ ਦੇ ਵਿੱਚ ਲਿਖ ਦਾਂਗੇ ਡੈਬਿਟ ਸਾਈਡ 'ਤੇ। ਉਸ ਤੋਂ ਬਾਅਦ ਬਾਈ ਬੈਲੈਂਸ ਬਰੋਡ ਡਾਊਨ ਮਤਲਬ ਕਿ ਪਾਰਟਨਰਸ ਦਾ ਕੈਪੀਟਲ ਅਕਾਊਂਟ ਵੀ ਨਾਲ ਹੀ ਪ੍ਰਪੇਅਰ ਕਰ ਲਾਂਗੇ। ਸਾਰਿਆਂ ਦਾ ਬੈਲੈਂਸ ਬਰੋਡ ਡਾਊਨ ਕਰ ਦਾਂਗੇ। ਉਸ ਤੋਂ ਬਾਅਦ ਜਿਹੜਾ ਰੀਲੇਗੇਸ਼ਨ ਦਾ ਲੋਸ ਸੀਗਾ ਜਿਹੜੇ ਸੋਲਵੈਂਟ ਪਾਰਟਨਰ ਆ ਉਹ ਤੋਂ ਪੂਰਾ ਲੈ ਕੇ ਆਉਣਗੇ, ਅਤੇ ਜਿਹੜਾ ਇਨਸੋਲਵੈਂਟ ਆ ਉਹ ਕਹਿ ਰਿਹਾ 50 ਪੈਸੇ ਇਨ ਰੁਪੀ ਇਜ਼ ਰਿਕਵਰਡ। ਆਪਾਂ ਉਹ ਤੋਂ ਲੈਣੇ ਕਿੰਨੇ ਸੀਗੇ 27,667 ਅਤੇ 20,000 ਉਹਦੀ ਕੈਪੀਟਲ ਆ। ਅਤੇ ਇਹਦਾ ਮਤਲਬ ਆਪਾਂ 667 ਰੁਪਏ ਆਪਾਂ
ਮਤਲਬ ਉਹ ਤੋਂ ਲੈਣੇ ਆ ਤਾਂ ਉਹਦੇ ਵਿੱਚੋਂ ਪਹਿਲਾਂ ਤਾਂ 50 ਪੈਸੇ ਉਹ ਦੇ ਦੂਗਾ, ਉਹ 'ਚੋਂ 3833 ਉਹ ਦੇ ਦੂਗਾ ਬਾਈ ਕੈਸ਼ ਅਕਾਊਂਟ ਆ ਜਾਏਗਾ। ਅਤੇ ਬਾਕੀ ਇਸ ਕਰੰਟ ਅਕਾਊਂਟ ਦੇ ਬੀ ਕਰੰਟ ਅਕਾਊਂਟ ਦੇ ਨਾਮ ਨਾਲ ਆਪਾਂ ਲਿਖ ਦਾਂਗੇ। ਮਤਲਬ ਏ ਦੀ ਰੇਸ਼ੋ ਅਤੇ ਬੀ ਦੀ ਜੋ ਰੇਸ਼ੋ ਉਸ ਰੇਸ਼ੋ ਦੇ ਵਿੱਚ ਆਪਾਂ ਵੰਡ ਦਾਂਗੇ। ਸੀ ਦੇ ਵਿੱਚ ਵੈਸੇ ਅਮਾਊਂਟ ਲਿਖ ਦਾਂਗੇ। ਉਸ ਤੋਂ ਬਾਅਦ ਹੁਣ ਸੀ ਦੀ ਡੈਫੀਸ਼ੀਐਂਸੀ ਆਈ ਹੈ, ਇਹ ਇੱਕ ਤਾਂ ਸੀ ਦੇ ਵਿੱਚ ਆਪਾਂ ਕ੍ਰੈਡਿਟ ਸਾਈਡ 'ਤੇ ਪਾਤੀ ਹੈ, ਇਹੀ ਡੈਫੀਸ਼ੀਐਂਸੀ ਪਾਰਟਨਰ ਕਰੰਟ ਅਕਾਊਂਟ ਦੇ ਵਿੱਚ 2 ਸੀਜ਼ ਕੈਪੀਟਲ ਨਾਮ ਦੇ ਨਾਲ ਪੈ ਜਾਏਗੀ। ਫਿਰ ਏ ਅਤੇ ਬੀ ਦੋਨੋਂ ਸਾਈਡਾਂ ਦਾ ਟੋਟਲ ਕਰਾਂਗੇ ਕਰੰਟ ਅਕਾਊਂਟ ਦਾ, ਅਤੇ ਜੋ ਬੈਲੈਂਸਿੰਗ ਫਿਗਰ ਆ ਜਾਏਗੀ 2 ਕੈਪੀਟਲ ਜਾਂ ਬਾਈ ਕੈਪੀਟਲ ਆ ਜਾਏਗੀ। ਇਸ ਨੂੰ ਫਿਰ ਆਪਾਂ ਅੱਗੇ ਲੈ ਕੇ ਚੱਲਾਂਗੇ, ਜੋ ਮਤਲਬ ਬਾਈ ਕੈਪੀਟਲ ਆ ਤਾਂ ਮਤਲਬ ਕੈਪੀਟਲ ਅਕਾਊਂਟ ਦੇ ਵਿੱਚ 2 ਕਰੰਟ ਅਕਾਊਂਟ ਦੇ ਨਾਮ ਨਾਲ ਜਾਊਗੀ, ਜੇ 2 ਕੈਪੀਟਲ ਆ ਗਈ ਉਹ ਬਾਈ ਚਲੀ ਜਾਊਗੀ। ਉਸ ਤੋਂ ਬਾਅਦ ਬਸ ਦੋਨੋਂ ਸਾਈਡ ਦਾ ਏ ਅਤੇ ਬੀ ਦਾ ਕੈਪੀਟਲ ਅਕਾਊਂਟ ਦਾ ਵੀ ਟੋਟਲ ਕਰਾਂਗੇ, ਜੋ ਬੈਲੈਂਸਿੰਗ ਫਿਗਰ ਆ ਜਾਏਗੀ 2 ਬੈਂਕ ਅਕਾਊਂਟ ਆ ਜਾਏਗਾ। ਨੋਟ ਵੀ ਪ੍ਰਪੇਅਰ ਕਰ ਲਾਂਗੇ, ਇਹਦੇ ਵਿੱਚ ਬੈਲੈਂਸ ਬਰੋਡ ਡਾਊਨ ਡੈਬਿਟ ਸਾਈਡ 'ਤੇ ਲਿਖਾਂਗੇ। ਟੂ ਰੀਲੇਸ਼ਨ ਜਿੰਨੇ ਪੈਸੇ ਮਿਲੇ ਆ ਐਸੈਟਸ ਨੂੰ ਵੇਚ ਕੇ ਬਾਈ ਬੈਂਕ ਵਾਲਾ ਉਹ ਲਿਖ ਦਾਂਗੇ। ਉਸ ਤੋਂ ਬਾਅਦ ਏਜ਼ ਕੈਪੀਟਲ ਬੀਜ਼ ਕੈਪੀਟਲ ਸੀਜ਼ ਕੈਪੀਟਲ ਇਹ ਬਾਈ ਕੈਸ਼ ਵਾਲਾ ਜਾਂ ਬਾਈ ਬੈਂਕ ਲਗਾ ਲਓ 17,666 ਜੋ ਲਿਖਿਆ ਸੀਗਾ ਪਾਰਟਨਰ ਕੈਪੀਟਲ ਦੇ ਵਿੱਚ ਉਹ ਵਾਲਾ ਡੈਬਿਟ ਸਾਈਡ 'ਤੇ ਲਿਖ ਦਾਂਗੇ। ਫਿਰ ਇੱਧਰ ਕ੍ਰੈਡਿਟ ਸਾਈਡ ਪ੍ਰਪੇਅਰ ਕਰ ਲਾਂਗੇ, ਬਾਈ ਰੀਲੇਸ਼ਨ ਜੋ ਬੈਂਕ ਨੂੰ ਪੇ ਕੀਤਾ ਕ੍ਰੈਡੀਟਰਸ ਨੂੰ ਅਤੇ ਆਊਟਸਟੈਂਡਿੰਗ ਬਿੱਲ ਉਹ ਵਾਲਾ ਆ ਜਾਏਗਾ, ਅਤੇ ਪਾਰਟਨਰ ਦਾ ਲੋਨ ਪੇ ਕਰ ਦਾਂਗੇ ਏ ਅਤੇ ਬੀ ਦਾ, ਅਤੇ ਏਜ਼ ਕੈਪੀਟਲ ਬੀਜ਼ ਕੈਪੀਟਲ। ਏਜ਼ ਕੈਪੀਟਲ ਦੇ ਵਿੱਚ ਆਪਣਾ 2 ਬੈਂਕ ਜਿਹੜਾ ਏ ਅਤੇ ਬੀ ਦਾ ਸੀ ਉਹ ਏ ਅਤੇ ਬੀ ਦੇ ਵਿੱਚ ਨਾਮ ਨਾਲ ਆਪਾਂ ਇੱਥੇ ਕ੍ਰੈਡਿਟ ਸਾਈਡ 'ਤੇ ਲਿਖ ਦਾਂਗੇ। ਦੋਨੋਂ ਸਾਈਡ ਟੋਟਲ ਕਰਾਂਗੇ ਅਤੇ ਟੋਟਲ ਮੈਚ